ਆਪ ਸਭ ਨੂੰ ਬਲਜੀਤ ਕੌਰ ਲੁਧਿਆਣਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਡੇ ਰੂਬਰੂ ਹੋਈ ਹਾਂ ਇੱਕ ਪੰਜਾਬੀ ਕਹਾਣੀ ਲੈ ਕੇ, ਜੋ ਕਿ ਸਾਡੀ ਟੀਮ ਦੇ ਨਾਲ ਜੁੜੇ ਨਵੇਂ ਲੇਖਕ ਗੁਰਮੇਜਰ ਸਿੰਘ ਜੀ ਦੀ ਲਿਖੀ ਹੋਈ ਹੈ। ਮੈਂ ਗੁਰਮੇਜਰ ਸਿੰਘ ਜੀ ਅਤੇ ਤੁਹਾਡਾ ਸਾਰਿਆਂ ਦਾ ਸੋਚ ਕੀ ਕਲਮ ਚੈਨਲ ਤੇ ਹਾਰਦਿਕ ਸਵਾਗਤ ਕਰਦੀ ਹਾਂ। ਪੇਸ਼ ਹੈ ਅੱਜ ਦੀ ਪੰਜਾਬੀ ਕਹਾਣੀ ਰੁਤਬਾ। ਸ਼ੁਭਨ ਨੂੰ ਸਕੂਲ ਜਾਣਾ ਹੁਣ ਗਲੇ ਪਿਆ ਫੰਦਾ ਲੱਗਣ ਲੱਗ ਪਿਆ ਸੀ, ਪਰ ਉਹ ਸ਼ੁਰੂ ਤੋਂ ਇਸ ਤਰ੍ਹਾਂ ਦਾ ਨਹੀਂ ਸੀ। ਪੜ੍ਹਨਾ ਤਾਂ ਉਹਨੂੰ ਬਹੁਤ ਵਧੀਆ ਲੱਗਦਾ ਸੀ, ਪਰ ਹੁਣ ਉਹ ਸਕੂਲ ਤੋਂ ਜੀ ਜਿਹਾ ਚਰਾਉਣ ਲੱਗ ਪਿਆ। ਉਸ ਦੀ ਵਜ੍ਹਾ ਸੀ ਕਿ ਸ਼ੁਭਮਨ ਸਿੱਖ ਪਰਿਵਾਰ ਚੋਂ ਸੀ ਅਤੇ ਉਸਨੇ ਕੇਸ ਰੱਖੇ ਹੋਏ ਸਨ, ਜਿਸ ਕਰਕੇ ਸਕੂਲ 'ਚ ਉਸਨੂੰ ਨਿਆਣੇ ਜੂੜੀ ਜੂੜੀ ਕਹਿ ਕੇ ਚੜਾਉਂਦੇ ਸਨ। ਉਸ ਤੇ ਚੁਟਕਲੇ ਵੀ ਬਣਾਉਂਦੇ ਸਨ। ਕਈ ਨਿਆਣੇ ਤਾਂ ਉਸਨੂੰ ਬਾਲ ਕਟਵਾਉਣ ਦੀਆਂ ਵੀ ਸਲਾਹਾਂ ਦਿੰਦੇ। ਸ਼ੁਭਮਨ ਇਹਨਾਂ ਗੱਲਾਂ ਤੋਂ ਤੰਗ ਆ ਚੁੱਕਿਆ ਸੀ। ਉਸਦੇ ਆਪਣੇ ਦਾਦਾ ਜੀ ਦੇ ਨਾਲ ਅਥਾਹ ਪਿਆਰ ਸੀ। ਦਾਦਾ ਜੀ ਵੀ ਉਸਨੂੰ ਬਹੁਤ ਪਿਆਰ ਕਰਦੇ ਸਨ। ਸ਼ੁਭਮਨ ਆਪਣੇ ਦਾਦਾ ਜੀ ਨਾਲ ਹਰ ਗੱਲ ਸਾਂਝੀ ਕਰ ਲੈਂਦਾ ਸੀ। ਉਸਦੇ ਦਾਦਾ ਜੀ ਦਾ ਨਾਂ ਚੜਤ ਸਿੰਘ ਸੀ, ਜੋ ਕਿ ਬਹੁਤ ਹੀ ਮਿੱਠ ਬੋਲੜੇ, ਸ਼ਾਂਤ ਸੁਭਾਵੀ ਅਤੇ ਹਰ ਇੱਕ ਲੋੜਵੰਦ ਦੀ ਮਦਦ ਬਿਨਾਂ ਕਿਸੇ ਸਵਾਰਥ ਤੋਂ ਕਰਨ ਵਾਲੇ ਸਨ। ਕਿਸੇ ਨਾਲ ਜਾਤ ਪਾਤ ਜਾਂ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਨਹੀਂ ਸਨ ਕਰਦੇ। ਉਹਨਾਂ ਦਾ ਕਹਿਣਾ ਸੀ ਕਿ ਜਦ ਸਾਡੇ ਗੁਰੂਆਂ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਫਿਰ ਅਸੀਂ ਕੌਣ ਹੁੰਦੇ ਆ ਕਿਸੇ ਨਾਲ ਭੇਦਭਾਵ ਕਰਨ ਵਾਲੇ। ਉਹਨਾਂ ਨੇ ਜ਼ਿੰਦਗੀ 'ਚ ਬੜੇ ਦੁੱਖ ਦੇਖੇ ਹਨ, ਆਪਣਿਆਂ ਨੂੰ ਅੱਖਾਂ ਸਾਹਮਣੇ ਮਰਦੇ ਦੇਖਿਆ ਹੈ, ਪਰ ਉਹ ਕੁਝ ਨਾ ਕਰ ਸਕੇ। ਕਦੇ ਕਦੇ ਦੁਨੀਆਦਾਰੀ ਤੋਂ ਓਲੇ ਹੋ ਕੇ ਆਪਣੇ ਹੰਝੂਆਂ ਨਾਲ ਗੱਲਾਂ ਕਰਨੀਆਂ, ਪਰ ਕਿਸੇ ਨੂੰ ਆਪਣੇ ਦੁੱਖ ਦਰਦ ਦਾ ਅਹਿਸਾਸ ਨਹੀਂ ਸੀ ਹੋਣ ਦਿੰਦੇ। ਇੱਕ ਦਿਨ ਜਗਤ ਰਾਮ, ਜੋ ਕਿ ਚੜਤ ਸਿੰਘ ਦੀ ਉਮਰ ਦਾ ਹੀ ਸੀ, ਉਸਨੇ ਚੜਤ ਸਿੰਘ ਨੂੰ ਕਿਹਾ, ਚੜਤਿਆ, ਮੈਨੂੰ ਕਈ ਵਰੇ ਹੋ ਗਏ ਤੈਨੂੰ ਦੇਖਦੇ। ਮੇਰੀਆਂ ਅੱਖਾਂ ਸਾਹਵੇਂ ਤੂੰ ਆਪਣਾ ਸਭ ਕੁਝ ਗਵਾਇਆ, ਪਰ ਮੈਂ ਤੈਨੂੰ ਕਦੇ ਰੋਂਦਿਆਂ ਨਹੀਂ ਦੇਖਿਆ। ਜਦੋਂ ਵੀ ਮਿਲੇ ਮੁਖ ਤੇ ਮੁਸਕਾਨ ਅਤੇ ਬੋਲਾਂ 'ਚ ਮਿਠਾਸ ਹੀ ਮਿਲਦੀ ਏ। ਇਹ ਸੁਣ ਕੇ ਚੜਤ ਸਿੰਘ ਨੇ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ, ਉਹ ਕੀ ਜਾਣੇ ਦੁੱਖ ਕੀ ਹੁੰਦਾ, ਜੋ ਭੁੱਬਾ ਮਾਰ ਕੇ ਰੋਵੇ। ਦੁੱਖ ਕਰ ਮਹਿਸੂਸ ਉਹ ਦੋਖੀ ਦਾ, ਜੋ ਹਾਸਿਆਂ ਵਿੱਚ ਲਕੋਵੇ। ਇੱਕ ਦਿਨ ਮੌਸਮ ਬੜਾ ਵਧੀਆ ਸੀ। ਠੰਡੀਆਂ ਹਵਾਵਾਂ ਵਗ ਰਹੀਆਂ ਸਨ। ਮੀਂਹ ਆਉਣ ਦੀ ਵੀ ਸੰਭਾਵਨਾ ਲੱਗ ਰਹੀ ਸੀ। ਸੂਰਜ ਨੂੰ ਬੱਦਲਾਂ ਨੇ ਢੱਕ ਲਿਆ ਸੀ। ਸ਼ੁਭਮਨ ਛੱਤ ਤੇ ਇਕੱਲਾ ਬੈਠਾ। ਉਸਦੇ ਚਿਹਰੇ ਤੇ ਉਦਾਸੀ ਦੇ ਬੱਦਲ ਛਾਏ ਹੋਏ ਸਨ। ਉਸਦੇ ਦਾਦਾ ਜੀ ਵੀ ਛੱਤ ਤੇ ਗਏ। ਜਦ ਉਹਨਾਂ ਨੇ ਸ਼ੁਭਮਨ ਦੇ ਚਿਹਰੇ ਵੱਲ ਤੱਕਿਆ ਤਾਂ ਮਹਿਸੂਸ ਕੀਤਾ ਕਿ ਉਹ ਕਿਸੇ ਗਹਿਰੀ ਸੋਚ ਵਿੱਚ ਗਵਾਚਿਆ ਹੋਇਆ ਸੀ। ਦਾਦਾ ਜੀ ਸ਼ੁਭਮਨ ਦੇ ਕੋਲ ਆ ਕੇ ਬੈਠ ਗਏ ਤੇ ਉਸ ਵੱਲ ਦੇਖਣ ਲੱਗੇ, ਪਰ ਕੁਝ ਬੋਲੇ ਨਹੀਂ। ਸ਼ੁਭਮਨ ਨੇ ਦਾਦਾ ਜੀ ਵੱਲ ਦੇਖਿਆ ਅਤੇ ਉਦਾਸੀ ਭਰੇ ਸ਼ਬਦਾਂ ਵਿੱਚ ਬੋਲਿਆ, ਦਾਦਾ ਜੀ, ਜਾਂ ਤਾਂ ਮੇਰੇ ਕੇਸ ਕਟਵਾ ਦਿਓ ਜਾਂ ਮੈਨੂੰ ਸਕੂਲੋਂ ਹਟਾ ਲਓ। ਦਾਦਾ ਜੀ ਨੂੰ ਇਹ ਗੱਲ ਅਜੀਬ ਤਾਂ ਲੱਗੀ, ਪਰ ਉਹ ਪਿਆਰ ਨਾਲ ਬੋਲੇ, ਕਿਉਂ ਬਈ ਸਾਡਾ ਸ਼ੇਰ ਪੁੱਤਰ, ਇਸ ਤਰ੍ਹਾਂ ਦੀ ਗੱਲ ਕਿਉਂ ਕਰਦਾ ਪਿਆ ਹੈ? ਦਾਦਾ ਜੀ, ਸਕੂਲ 'ਚ ਸਿਰਫ ਇੱਕ ਮੈਂ ਹੀ ਹਾਂ ਜਿਸ ਨੇ ਕੇਸ ਰੱਖੇ ਹੋਏ ਹਨ, ਬਾਕੀ ਸਾਰੇ ਮੋਨੇ ਨੇ। ਇਸ ਕਰਕੇ ਉਹ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਹੱਸਦੇ ਨੇ, ਮੇਰੇ ਉੱਤੇ ਚੁਟਕਲੇ ਵੀ ਘੜਦੇ ਨੇ। ਮੈਂ ਨਹੀਂ ਜਾਣਾ ਕਦੇ ਸਕੂਲ। ਸ਼ੁਭਮਨ ਖਿੱਚ ਕੇ ਬੋਲਿਆ। ਦਾਦਾ ਜੀ ਸਮਝਾਉਣ ਲੱਗੇ, ਪੁੱਤ, ਜੇ ਉਹਨਾਂ ਨੇ ਕੇਸ ਨਹੀਂ ਰੱਖੇ ਤਾਂ ਇਹ ਉਹਨਾਂ ਦੀ ਗਲਤੀ ਏ। ਕੇਸਾਂ ਦੀ ਦਾਤ ਤਾਂ ਅਕਾਲ ਪੁਰਖ ਨੇ ਸਭਨਾਂ ਨੂੰ ਬਰਾਬਰਤਾ ਨਾਲ ਬਖਸ਼ੀ ਏ। ਜੇ ਕੋਈ ਕੇਸਾਂ ਦੀ ਕਦਰ ਨਹੀਂ ਕਰਦਾ ਤਾਂ ਅਸੀਂ ਸਭ ਨੂੰ ਇਹ ਥੋੜਾ ਕਹਿੰਦੇ ਫਿਰਾਂਗੇ ਕਿ ਤੁਸੀਂ ਕੇਸ ਰੱਖੋ ਜਾਂ ਨਾ ਰੱਖੋ। ਸਾਨੂੰ ਜੋ ਦਾਤ ਮਿਲੀ ਏ ਅਸੀਂ ਉਸ ਨੂੰ ਸੰਭਾਲਣਾ ਏ। ਦਾਦਾ ਜੀ, ਕੇਸ ਸਿਰਫ ਸਿੱਖ ਹੀ ਕਿਉਂ ਰੱਖਦੇ ਨੇ, ਹੋਰ ਧਰਮਾਂ ਵਾਲੇ ਕਿਉਂ ਨਹੀਂ ਰੱਖਦੇ? ਸ਼ੁਭਮਨ ਨੇ ਪੁੱਛਿਆ। ਦਾਦਾ ਜੀ ਨੇ ਕਿਹਾ, ਪੁੱਤ, ਕੇਸਾਂ ਤੇ ਕਿਸੇ ਇੱਕ ਧਰਮ ਜਾਂ ਕਿਸੇ ਖਾਸ ਸਮੂਹ ਦੇ ਲੋਕਾਂ ਦਾ ਹੱਕ ਨਹੀਂ ਹੈ। ਜੇ ਇਸ ਤਰ੍ਹਾਂ ਹੁੰਦਾ ਤਾਂ ਰੱਬ ਜੀ ਸਿਰਫ ਸਿੱਖਾਂ ਦੇ ਸਿਰ ਤੇ ਹੀ ਕੇਸਾਂ ਦੀ ਬਖਸ਼ਿਸ਼ ਕਰਦੇ, ਬਾਕੀਆਂ ਨੂੰ ਵਾਂਝੇ ਰੱਖਦੇ। ਸ਼ੁਭਮਨ ਨੇ ਦਾਦਾ ਜੀ ਨੂੰ ਕਿਹਾ,
ਚਲੋ ਮੰਨ ਲਿਆ ਕਿ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ, ਪਰ ਅਸੀਂ ਕੱਪੜਾ ਕਿਉਂ ਬੰਨਦੇ ਆ? ਦਾਦਾ ਜੀ ਨੇ ਹੱਸ ਕੇ ਜਵਾਬ ਦਿੱਤਾ, ਪੁੱਤਰ ਜੀ, ਇਹ ਕੱਪੜਾ ਨਹੀਂ, ਸਾਡੇ ਸਿਰ ਦਾ ਤਾਜ ਹੈ, ਤਾਜ। ਇਹਨੂੰ ਪੱਗ ਕਹਿੰਦੇ ਨੇ। ਜਿਨ੍ਹਾਂ ਚੀਜ਼ਾਂ ਦੀ ਅਸੀਂ ਕਦਰ ਕਰਦੇ ਆ, ਉਹਨਾਂ ਚੀਜ਼ਾਂ ਨੂੰ ਅਸੀਂ ਕਿਵੇਂ ਖੁੱਲਿਆ ਨਹੀਂ ਛੱਡਦੇ। ਉਸੇ ਤਰ੍ਹਾਂ ਅਸੀਂ ਕੇਸਾਂ ਨੂੰ ਵੀ ਨੰਗਿਆ ਨਹੀਂ ਰੱਖਦੇ। ਇੱਕ ਸਮਾਂ ਐਸਾ ਸੀ ਜਦੋਂ ਜਾਤ ਪਾਤ ਦਾ ਸ਼ੋਰ ਇਨਸਾਨੀਅਤ ਨਾਲੋਂ ਕਿਤੇ ਵੱਧ ਸੀ। ਸਮਾਜ ਕਾਫੀ ਜਾਤਾਂ ਉਪ ਜਾਤਾਂ ਵਿੱਚ ਵੰਡਿਆ ਹੋਇਆ ਸੀ। ਉਦੋਂ ਸਿਰਫ ਉੱਚੀ ਜਾਤਾਂ ਵਾਲੇ ਹੀ ਸਿਰ ਨੂੰ ਢੱਕਦੇ ਸਨ। ਛੋਟੀ ਜਾਤਾਂ ਨੂੰ ਸਿਰ ਢੱਕਣ ਦੀ ਪਾਬੰਦੀ ਸੀ। ਛੋਟੀ ਜਾਤਾਂ ਤੇ ਲਗਭਗ ਹਰ ਚੀਜ਼ ਦੀ ਪਾਬੰਦੀ ਸੀ। ਔਰਤਾਂ ਦੀ ਹਾਲਤ ਬਿਲਕੁਲ ਬਦਤਰ ਸੀ। ਮਰਦਾਂ ਦੀ ਹਾਲਤ ਵੀ ਤਰਸਯੋਗ ਹੀ ਸੀ। ਉਹਨਾਂ ਦਾ ਜੇ ਪਰਛਾਵਾਂ ਵੀ ਉੱਚੀ ਜਾਤ ਵਾਲਿਆਂ ਤੇ ਪੈ ਜਾਂਦਾ ਤਾਂ ਉਹਨਾਂ ਨੂੰ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਸਮਾਜ ਦਾ ਮਿਆਰ ਜਦੋਂ ਬਿਲਕੁਲ ਗਿਰ ਚੁੱਕਾ ਸੀ, ਉਦੋਂ ਅਕਾਲ ਪੁਰਖ ਨੂੰ ਆਪ ਧਰਤੀ ਤੇ ਜਨਮ ਲੈਣਾ ਪਿਆ, ਇਹਨਾਂ ਬੁਰਾਈਆਂ ਦਾ ਨਾਸ਼ ਕਰਨ ਵਾਸਤੇ। ਅਨੇਕਾਂ ਬੁਰਾਈਆਂ ਦਾ ਖੰਡਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਕਾਫੀ ਹੱਦ ਤੱਕ ਜਾਤ ਪਾਤ ਤੇ ਅਨੇਕਾਂ ਕੁਰੀਤੀਆਂ ਦਾ ਲੱਕ ਭੰਨਿਆ ਗਿਆ। ਗੁਰੂ ਜੀ ਜਦੋਂ 10ਵੇਂ ਜਾਮੇ ਵਿੱਚ ਆਏ, ਉਦੋਂ ਉਹਨਾਂ ਨੇ ਹਰ ਜਾਤ ਦੇ ਲੋਕਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਫੌਜ ਤਿਆਰ ਕੀਤੀ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਸਿਰ ਢੱਕਣ ਤੇ ਪਾਬੰਦੀ ਸੀ। ਪਰ ਦਸਮ ਪਾਤਸ਼ਾਹ ਨੇ ਉਹਨਾਂ ਦੇ ਸਿਰਾਂ ਤੇ ਦਸਤਾਰਾ ਸਜਾ ਕੇ, ਉਹਨਾਂ ਦੇ ਨਾਮ ਦੇ ਨਾਲ ਸਿੰਘ ਲਗਾ ਕੇ ਸਭਨਾਂ ਨੂੰ ਇੱਕ ਬਰਾਬਰ ਕਰ ਦਿੱਤਾ। ਉਸ ਤੋਂ ਬਾਅਦ ਵੱਧ ਤੋਂ ਵੱਧ ਲੋਕ ਗੁਰੂ ਜੀ ਨਾਲ ਜੁੜਨ ਲੱਗੇ, ਸਿਰਾਂ ਤੇ ਦਸਤਾਰਾ ਸਜਾਉਂਦੇ ਅਤੇ ਫਖਰ ਮਹਿਸੂਸ ਕਰਦੇ। ਦਾਦਾ ਜੀ, ਤੁਹਾਡੇ ਮਨ ਵਿੱਚ ਕਦੇ ਕੇਸ ਕਟਾਉਣ ਦਾ ਖਿਆਲ ਨਹੀਂ ਆਇਆ? ਆਇਆ ਸੀ ਪੁੱਤ, ਉਦੋਂ ਜਦੋਂ ਮੈਂ ਭੁੱਲ ਬੈਠਾ ਸੀ ਕਿ ਸਾਨੂੰ ਪਾਲਣਹਾਰ ਅਕਾਲ ਪੁਰਖ ਕਿਸੇ ਵੀ ਕਾਲ ਤੋਂ ਕਿਤੇ ਵੱਧ ਸ਼ਕਤੀ ਵਾਲਾ ਤੇ ਵਿਸ਼ਾਲ ਹੈ। ਜੇ ਸਿੱਖ ਪੂਰਨ ਤੌਰ ਤੇ ਉਹਦਾ ਹੋ ਕੇ ਰਹੇ ਨਾ, ਉਹ ਆਪਣੇ ਸਿੱਖ ਨੂੰ ਸੇਕ ਨਹੀਂ ਲੱਗਣ ਦਿੰਦੇ। ਕਈ ਸਿੱਖਾਂ ਤੇ ਅਣਗਿਣਤ ਕੇਸ ਹੋਏ, ਪਰ ਉਹਨਾਂ ਨੇ ਕੇਸ ਨਹੀਂ ਕਟਵਾਏ। ਉਦੋਂ ਲੋਕ ਦ੍ਰਿੜ ਹੁੰਦੇ ਸਨ, ਪਰ ਅੱਜ-ਕੱਲ ਜ਼ਮੀਰਾਂ ਬੜੀਆਂ ਸਸਤੀਆਂ ਹੋ ਗਈਆਂ ਨੇ। ਅੱਜ-ਕੱਲ ਹੌਸਲੇ ਬੜੇ ਜਲਦੀ ਢਹਿ ਜਾਂਦੇ ਨੇ। ਪੁੱਤ, ਜਦੋਂ ਆਜ਼ਾਦੀ ਨੇ ਇੱਕ ਭਿਆਨਕ ਮਹਾਮਾਰੀ ਵਾਂਗ ਭਾਰਤ ਵਿੱਚ ਪੈਰ ਪਸਾਰੇ ਸਨ, ਉਦੋਂ ਸਭ ਨੂੰ ਆਪੋ ਆਪਣੀ ਜਾਨ ਬਚਾਉਣ ਦੀ ਹੜ ਲੱਗੀ ਹੋਈ ਸੀ। ਪਰ ਸਾਡੇ ਬਜ਼ੁਰਗਾਂ ਨੂੰ ਸਿਰ ਜਾਨ ਬਚਾਉਣ ਦੇ ਨਾਲ-ਨਾਲ ਆਪਣੀਆਂ ਪੱਗਾਂ ਬਚਾਉਣ ਦਾ ਵੀ ਜ਼ਿੰਮਾ ਸੀ। ਸਮਝੌਤਾ ਹੋਇਆ ਸੀ ਦੇਸ਼ ਵੰਡਣ ਦਾ, ਪਰ ਵੰਡਿਆ ਗਿਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ। ਸ਼ੁਭਮਨ ਨੇ ਪੁੱਛਿਆ, ਜਦੋਂ ਆਜ਼ਾਦੀ ਮਿਲੀ ਸੀ ਦਾਦਾ ਜੀ, ਤੁਸੀਂ ਉਦੋਂ ਸੀਗੇ? ਪੁੱਤ, ਮੈਂ ਉਦੋਂ ਆਪਣੀ ਮਾਂ ਦੇ ਪੇਟ ਵਿੱਚ ਸੀ। ਮਾਂ ਦੱਸਦੀ ਸੀ ਕਿ ਅਸੀਂ ਦੂਜੇ ਪੰਜਾਬ ਵਿੱਚ ਰਹਿੰਦੇ ਸੀ। ਜਦੋਂ ਆਜ਼ਾਦੀ ਭਾਰਤ ਆਈ ਤੇ ਵੰਡ ਮਨਜ਼ੂਰ ਹੋਈ ਤਾਂ ਮੇਰੇ ਪਿਓ ਨੂੰ ਉਧਰ ਇਸ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਸਿਰ ਤੇ ਪੱਗ ਰੱਖੀ ਸੀ। ਉਸ ਤੋਂ ਬਾਅਦ ਅਸੀਂ ਇੱਥੇ ਕਿਵੇਂ ਆਏ ਪਤਾ ਨਹੀਂ। ਜੇ ਮਾਂ ਨੂੰ ਪੁੱਛਦਾ ਸੀ ਤਾਂ ਉਹ ਸਭ ਕੁਝ ਚੁੱਪਚਾਪ, ਕਈ ਵਾਰ ਤਾਂ ਅੱਖਾਂ ਵੀ ਗਿੱਲੀਆਂ ਕਰ ਲੈਂਦੀ ਸੀ। ਫਿਰ ਮੈਂ ਪੁੱਛਣਾ ਹੀ ਬੰਦ ਕਰ ਦਿੱਤਾ ਕਿਉਂਕਿ ਮੈਂ ਮਾਂ ਨੂੰ ਦੁਖੀ ਨਹੀਂ ਸੀ ਦੇਖ ਸਕਦਾ। ਇਸ ਕਰਕੇ ਉਦੋਂ ਕੀ ਹੋਇਆ ਕੀ ਨਹੀਂ, ਇਹ ਰਾਜ ਮਾਂ ਦੇ ਨਾਲ ਅੱਗ ਵਿੱਚ ਹੀ ਸੜ ਕੇ ਸਵਾਹ ਹੋ ਗਿਆ। ਕਹਿੰਦੇ ਨੇ ਕਿ 1947 ਚ ਜਦੋਂ ਵੰਡ ਹੋਣੀ ਸੀ, ਉਦੋਂ ਸਿੱਖਾਂ ਨੂੰ ਵੀ ਅਲੱਗ ਦੇਸ਼ ਦੇਣ ਦੀ ਪੇਸ਼ਕਾਰੀ ਹੋਈ ਸੀ, ਪਰ ਸਿੱਖਾਂ ਨੇ ਠੋਕਰ ਮਾਰ ਦਿੱਤੀ ਕਿਉਂਕਿ ਸਿੱਖ ਆਪਣੇ ਲੋਕਾਂ, ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਨਹੀਂ ਸੀ ਜਿਉਣਾ ਚਾਹੁੰਦੇ। ਜੇ ਸਿੱਖ ਐਦਾਂ ਕਰਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਲਾਹਨਤਾਂ ਪਾਉਣੀਆਂ ਸੀ। 1947 ਦੇ ਉਸ ਫੈਸਲੇ ਤੋਂ ਬਾਅਦ ਕੁਝ ਚਿਰ ਸਭ ਕੁਝ ਠੀਕ ਠਾਕ ਰਿਹਾ, ਪਰ ਕੁਝ ਹੀ ਸਮੇਂ ਬਾਅਦ ਸਿੱਖਾਂ ਤੇ ਸਰਕਾਰਾਂ ਵਿਚਕਾਰ ਇੱਕ ਜੰਗ ਛਿੜ ਗਈ। ਉਹ ਜੰਗ ਸੀ ਹੱਕ ਲੈਣ ਦੀ। ਇਸ ਵਿੱਚ ਸਿੱਖਾਂ ਨੇ ਸਿਰਫ ਆਪਣੇ ਹੱਕਾਂ ਦੀ ਗੱਲ ਨਹੀਂ ਸੀ ਕੀਤੀ, ਸਗੋਂ ਹਰ ਧਰਮ ਦੇ ਨੌਜਵਾਨ ਜੋ ਡਿਗਰੀਆਂ ਕਰਕੇ ਵਿਹਲੇ ਸੀ, ਉਹਨਾਂ ਨੂੰ ਨੌਕਰੀਆਂ ਜਾਂ ਗੁਜ਼ਾਰੇ ਲਈ ਭੱਤੇ ਦੀ ਮੰਗ, ਕਿਸਾਨਾਂ ਨੂੰ ਬਣਦੇ ਹੱਕ,
ਪੰਜਾਬ ਦੇ ਪਾਣੀਆਂ ਤੇ ਪਹਿਲਾ ਹੱਕ ਪੰਜਾਬ ਨੂੰ ਦੇਣ ਦੀ ਮੰਗ ਤੇ ਧਾਰਮਿਕ ਸਥਾਨਾਂ ਦੇ ਬਾਹਰ ਮੀਟ ਸ਼ਰਾਬ ਦੀ ਵਿਕਰੀ ਦੀ ਪਾਬੰਦੀ, ਹੋਰ ਵੀ ਕਈ ਮੰਗਾਂ ਸੀ ਸਿੱਖਾਂ ਨੇ ਸਰਕਾਰ ਨੂੰ ਦਿੱਤੀਆਂ। ਇਸ ਜੰਗ ਨੇ ਇੱਕ ਦਿਨ ਇੰਨਾ ਭਿਆਨਕ ਰੂਪ ਲੈ ਲਿਆ ਕਿ ਐਸਾ ਦੌਰ ਆਇਆ ਜਿਸ ਵਿੱਚ ਮੌਤਾਂ ਦੀ ਐਸੀ ਲੜੀ ਲੱਗੀ ਕਿ ਪੰਜਾਬ ਤੇ ਦਿੱਲੀ ਦੇ ਘਰਾਂ ਦੇ ਘਰ ਵੀਰਾਨ ਹੋ ਗਏ। ਉਹ ਸਨ ਸੀ 1984। ਇੰਨਾ ਬੋਲ ਕੇ ਦਾਦਾ ਜੀ ਦੇ ਚਿਹਰੇ ਤੇ ਚੁੱਪ ਛਾ ਗਈ। ਉਹਨਾਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਗਈਆਂ। ਉਹ ਬੋਲਣਾ ਚਾਹੁੰਦੇ ਸਨ ਪਰ ਬੋਲ ਨਹੀਂ ਸੀ ਪਾ ਰਹੇ। ਸ਼ੁਭਮਨ ਉਸ ਸਮੇਂ ਸ਼ਾਇਦ ਉਸ ਦਰਦ ਨੂੰ ਮਹਿਸੂਸ ਨਹੀਂ ਸੀ ਕਰ ਸਕਦਾ। ਉਸਨੇ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਿਆ। ਦਾਦਾ ਜੀ, ਤੁਸੀਂ 1984 ਦੀ ਗੱਲ ਕਰਨ ਲੱਗੇ ਸੀ ਨਾ? ਲੋਕ ਕਹਿੰਦੇ ਨੇ ਕਿ ਉਸ ਸਮੇਂ ਸਿੱਖਾਂ ਨੂੰ ਹਿੰਦੂਆਂ ਨੇ ਮਾਰਿਆ ਸੀ। ਕੀ ਇਹ ਸਹੀ ਹੈ? ਦਾਦਾ ਜੀ ਨੇ ਲੰਬਾ ਸਾਹ ਲਿਆ ਤੇ ਉਦਾਸ ਚਿਹਰੇ ਨਾਲ ਥੋੜਾ ਮੁਸਕਰਾ ਕੇ ਬੋਲਣਾ ਆਰੰਭ ਕੀਤਾ। ਪੁੱਤ, ਲੋਕਾਂ ਦਾ ਕੀ ਏ? ਲੋਕ ਤਾਂ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਨੇ। ਤੂੰ ਉਹਨਾਂ ਵੱਲ ਧਿਆਨ ਨਾ ਦਿਆ ਕਰ। ਇੱਕ ਧਰਮ ਦੂਜੇ ਧਰਮ ਦਾ ਵੈਰੀ ਕਦੇ ਨਹੀਂ ਬਣ ਸਕਦਾ। ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਸਿੱਖ, ਹਿੰਦੂ, ਮੁਸਲਮਾਨ ਜਾਂ ਕਿਸੇ ਵੀ ਧਰਮ ਦੇ ਨਾਮ ਨਾਲ ਨਹੀਂ ਜਾਣਨਾ ਚਾਹੀਦਾ। ਅਪਰਾਧ ਤੇ ਅਪਰਾਧੀ ਦਾ ਧਰਮ ਨਾਲ ਕੋਈ ਤਲਕ ਨਹੀਂ ਹੁੰਦਾ। ਧਰਮ ਤਾਂ ਸਗੋਂ ਮਿਲ ਕੇ ਰਹਿਣਾ ਸਿਖਾਉਂਦਾ ਹੈ। ਵੈਸੇ ਵੀ ਜੇ ਉਦੋਂ ਇੱਕ ਹਿੰਦੂ ਨਾ ਹੁੰਦਾ ਫਿਰ ਅਸੀਂ ਨਾ ਹੁੰਦੇ, ਨਾ ਇਹ ਗੱਲਾਂ ਹੋਣੀਆਂ ਸੀ। ਉਹ ਕਿਵੇਂ ਦਾਦਾ ਜੀ? ਸ਼ੁਭਮਨ ਨੇ ਹੈਰਾਨੀ ਨਾਲ ਪੁੱਛਿਆ। ਦਾਦਾ ਜੀ ਨੇ ਉਸ ਦੌਰ ਬਾਰੇ ਦੱਸਣਾ ਸ਼ੁਰੂ ਕੀਤਾ। ਉਸ ਦਿਨ 31 ਅਕਤੂਬਰ ਸੀ। ਰੇਡੀਓ ਤੇ ਖਬਰ ਆਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਸਦੇ ਹੀ 2 ਅੰਗਰਖਿਆਂ ਜੋ ਕਿ ਸਿੱਖ ਸਨ, ਪ੍ਰਧਾਨ ਮੰਤਰੀ ਵੱਲੋਂ ਜੂਨ 1984 ਵਿੱਚ ਕਰਵਾਏ ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲੈਣ ਖਾਤਰ ਗੋਲੀਆਂ ਨਾਲ ਭੁੰਨ ਛੱਡਿਆ, ਜਿਸ ਕਰਕੇ ਪ੍ਰਧਾਨ ਮੰਤਰੀ ਦੇ ਸਮਰਥਕਾਂ 'ਚ ਭਾਰੀ ਰੋਸ ਸੀ, ਜਿਸ ਕਾਰਨ ਉੱਥੇ ਦੰਗੇ ਭੜਕ ਗਏ ਜਿੱਥੇ ਸਿੱਖ ਰਹਿ ਰਹੇ ਸਨ। ਸਿੱਖਾਂ ਨੂੰ ਘਰਾਂ 'ਚੋਂ ਬਾਹਰ ਕੱਢ ਕੇ ਕੁੱਟਿਆ ਗਿਆ, ਜਲਾਇਆ ਗਿਆ। ਜਲਦੇ ਹੋਏ ਟਾਇਰ ਗਲਿਆਂ 'ਚ ਪਾਏ ਗਏ। ਗੁਰੂ ਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ। ਸਿੱਖਾਂ ਲਈ ਹਰ ਪਾਸੇ ਮੌਤ ਹੀ ਮੌਤ ਸੀ। ਔਰਤਾਂ ਨੂੰ ਜਲੀਲ ਕੀਤਾ ਗਿਆ। ਨਾ ਕਿਸੇ ਨੇ ਬੱਚਿਆਂ ਨੂੰ ਵੇਖਿਆ, ਨਾ ਬਜ਼ੁਰਗਾਂ ਨੂੰ। ਸਭ ਨੂੰ ਇੱਕੋ ਹੀ ਰਾਹੇ ਲੰਘਾ ਰਹੇ ਸਨ। ਉਸ ਸਮੇਂ ਮੈਂ ਘਰੇ ਹੀ ਸੀ। ਅਸੀਂ ਡਰੇ ਹੋਏ ਸੀ। ਸਾਡੇ ਘਰ ਲਾਲਾ ਜੀ ਆਏ, ਜਿਨ੍ਹਾਂ ਨਾਲ ਸਾਡੀ ਪਹਿਲਾਂ ਤੋਂ ਹੀ ਬਣਦੀ ਸੀ। ਉਹਨਾਂ ਦਾ ਘਰ ਸਾਡੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ। ਉਹਨਾਂ ਨੇ ਸਾਨੂੰ ਆਪਣੇ ਘਰ ਚੱਲਣ ਲਈ ਕਿਹਾ ਤਾਂ ਜੋ ਉਹ ਸਾਨੂੰ ਦੰਗਿਆਂ ਤੋਂ ਬਚਾ ਸਕਣ। ਮੇਰੇ ਮੂੰਹ ਚੋਂ ਨਿਕਲ ਗਿਆ, ਸਾਨੂੰ ਭੱਜਣ ਦੀ ਕੀ ਲੋੜ ਹੈ, ਅਸੀਂ ਕੇਸ ਹੀ ਕਟਵਾ ਲੈਂਦੇ ਆ। ਤਾਂ ਮੇਰੇ ਵੱਲ ਸਾਰੇ ਐਦਾਂ ਘੂਰਨ ਲੱਗੇ ਜਿਵੇਂ ਮੈਨੂੰ ਖਾ ਹੀ ਜਾਣਗੇ। ਲਾਲਾ ਜੀ ਨੇ ਕਿਹਾ ਕਿ ਵਾਹ ਓਏ ਚੜਤਿਆ, ਤੁਸੀਂ ਤਾਂ ਸਾਡਾ ਹੌਸਲਾ ਹੋ। ਤੁਸੀਂ ਹੀ ਤਾਂ ਹੋ ਜਿਨ੍ਹਾਂ ਨੇ ਸਾਨੂੰ ਧਰਮ ਅਨੁਸਾਰ ਜਿਉਂਦੇ ਦੇਖਿਆ ਹੈ। ਉਹਨਾਂ ਨੇ ਕਿਹਾ, ਤੁਸੀਂ ਆਪਣੇ ਗੁਰੂ ਦੇ ਬਚਨਾਂ ਤੇ ਅਡੋਲ ਰਹੋ। ਮੈਂ ਆਪਣੇ ਆਖਰੀ ਸਾਹ ਤੱਕ ਤੁਹਾਡੇ ਨਾਲ ਖੜਾ ਹਾਂ। ਉਹਨਾਂ ਨੇ ਮੈਨੂੰ ਅਤੇ ਮੇਰੇ ਪੁੱਤ, ਤੇਰੇ ਪਿਓ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਮੈਂ ਕਿਹਾ, ਮੇਰੀ ਮਾਂ ਤੇ ਮੇਰੀ ਘਰਵਾਲੀ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਸਿਰ ਤੇ ਪੱਗਾਂ ਨੇ, ਇਸ ਕਰਕੇ ਤੁਹਾਨੂੰ ਜ਼ਿਆਦਾ ਖਤਰਾ ਹੈ। ਔਰਤਾਂ ਨੂੰ ਤਾਂ ਕੀ ਪਤਾ ਛੱਡ ਦੇਣ। ਮੇਰੇ ਕਹਿਣ ਤੇ ਮਾਂ ਨੇ ਮਿੰਨਤ ਕੀਤੀ ਕਿ ਪੁੱਤ ਤੂੰ ਜਾ, ਲਾਲਾ ਜੀ ਦੇ ਨਾਲ ਚਲਾ ਜਾ। ਲਾਲਾ ਜੀ ਸਾਨੂੰ ਦੂਜੇ ਗੇੜੇ ਲੈ ਜਾਣਗੇ। ਲਾਲਾ ਜੀ ਨੇ ਵੀ ਮਾਂ ਦੇ ਬੋਲਾਂ 'ਚ ਬੋਲ ਮਿਲਾਏ। ਮੈਨੂੰ ਘਰੋਂ ਜਾਣ ਲੱਗਿਆ ਮਾਂ ਨੇ ਕਿਹਾ ਸੀ, ਪੁੱਤ ਕੇਸ ਨਾ ਕਟਵਾਈ, ਭਾਵੇਂ ਸੀਸ ਕਟਾਉਣਾ ਪਵੇ। ਮੈਂ ਲਾਲਾ ਜੀ ਨਾਲ ਲੁਕਦਾ ਛਿਪਦਾ ਆਪਣੇ ਪੁੱਤ ਨੂੰ ਗੋਦੀ ਚੁੱਕੀ ਉਹਨਾਂ ਦੇ ਘਰ ਪਹੁੰਚ ਗਿਆ। ਸਾਨੂੰ ਘਰੇ ਛੱਡ ਲਾਲਾ ਜੀ ਤੇਰੀ ਦਾਦੀ ਤੇ ਮੇਰੀ ਮਾਂ ਨੂੰ ਲੈਣ ਤੁਰ ਪਏ। ਕਾਫੀ ਦੇਰ ਬਾਅਦ ਉਹ ਇਕੱਲੇ ਘਰ ਪਰਤੇ। ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਮਾਂ ਤੇ ਮੇਰੀ ਘਰਵਾਲੀ ਨੂੰ ਧਰਮ ਤੋਂ ਭਟਕੇ ਸਿਰਫਿਰਿਆਂ ਨੇ ਘਰ ਦੇ ਸਮੇਤ ਹੀ ਅੱਗ ਦੇ ਹਵਾਲੇ ਕਰ ਦਿੱਤਾ। ਉਸ ਸਮੇਂ ਪਤਾ ਨਹੀਂ ਸੀ ਲੱਗ ਰਿਹਾ ਕਿ ਰੋਵਾਂ ਜਾਂ ਕੀ ਕਰਾਂ।
ਮੈਨੂੰ ਲਾਲਾ ਜੀ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਆ ਰਿਹਾ। ਮੈਂ ਤੇ ਤੇਰਾ ਪਿਓ ਫੁੱਟ-ਫੁੱਟ ਕੇ ਰੋਏ ਅਤੇ ਸਾਡੇ ਨਾਲ ਲਾਲਾ ਜੀ ਵੀ ਬਹੁਤ ਰੋਏ। ਸ਼ੁਭਮਨ ਨੇ ਟੋਕਿਆ, ਦਾਦਾ ਜੀ, ਲਾਲਾ ਜੀ ਕਿਵੇਂ ਦੇ ਇਨਸਾਨ ਸਨ? ਦਾਦਾ ਜੀ ਨੇ ਕਿਹਾ, ਪੁੱਤ, ਕਿਸੇ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਵਾਲਾ ਬੰਦਾ ਕਿਵੇਂ ਦਾ ਹੋ ਸਕਦਾ ਹੈ? ਸਾਨੂੰ ਇੱਕ ਕਮਰੇ ਵਿੱਚ ਉਹਨਾਂ ਨੇ ਲੁਕੋ ਕੇ ਰੱਖਿਆ, ਚੰਗਾ ਖਾਣ ਪੀਣ ਰਹਿਣ ਸਹਿਣ ਲਈ ਦਿੱਤਾ। ਸਾਡੀ ਹਰ ਜ਼ਰੂਰਤ ਘਰ ਦੇ ਵਿੱਚ ਰਹਿੰਦਿਆਂ ਹੀ ਪੂਰੀ ਕੀਤੀ ਗਈ। ਜਦੋਂ ਖਤਰਾ ਟਲਿਆ ਤਾਂ ਉਹਨਾਂ ਨੇ ਸਾਡੇ ਘਰ ਦੀ ਉਸਾਰੀ ਆਪਣੇ ਖਰਚੇ ਤੇ ਕਰਵਾਈ। ਪੁੱਤ, ਸਾਡੀ ਜਾਨ ਤਾਂ ਇੱਕ ਹਿੰਦੂ ਨੇ ਬਚਾਈ ਸੀ, ਫਿਰ ਮੈਂ ਕਿਵੇਂ ਕਹਿ ਦਵਾਂ ਕਿ ਸਾਨੂੰ ਹਿੰਦੂਆਂ ਤੋਂ ਖਤਰਾ ਹੈ? ਸ਼ੁਭਮਨ ਨੇ ਪੁੱਛਿਆ, ਜਿਵੇਂ ਤੁਹਾਨੂੰ ਹਿੰਦੂ ਨੇ ਬਚਾਇਆ ਉਵੇਂ ਹੀ ਤੁਹਾਡੇ ਪਿਤਾ ਜੀ ਨੂੰ ਮੁਸਲਮਾਨਾਂ ਨੇ ਕਿਉਂ ਨਹੀਂ ਬਚਾਇਆ? ਦਾਦਾ ਜੀ ਨੇ ਸਮਝਾਇਆ, ਪੁੱਤ, ਹੋ ਸਕਦਾ ਕੋਈ ਨੇਕ ਅੱਲਾ ਦਾ ਬੰਦਾ ਬਚਾਉਣਾ ਚਾਹੁੰਦਾ ਹੋਵੇ ਪਰ ਉਹ ਬਚਾ ਨਾ ਸਕਿਆ ਹੋਵੇ। ਸੁਣਨ ਨੂੰ ਮਿਲਦਾ ਹੈ ਕਿ ਕਈ ਮੁਸਲਮਾਨਾਂ ਨੇ ਹਿੰਦੂਆਂ ਤੇ ਸਿੱਖਾਂ ਨੂੰ ਆਪਣੀਆਂ ਜਾਗੀਰਾਂ ਛੱਡ ਕੇ ਨਹੀਂ ਜਾਣ ਦਿੱਤਾ, ਉਹਨਾਂ ਦੀ ਪੂਰੀ ਹਿਫਾਜ਼ਤ ਵੀ ਕੀਤੀ। ਪੁੱਤ, ਬੁਰਾ ਕੋਈ ਧਰਮ ਨਹੀਂ ਹੁੰਦਾ, ਬੁਰਾਈ ਹੁੰਦੀ ਹੈ ਕੁਝ ਧਰਮ ਤੋਂ ਭਟਕੇ ਲੋਕਾਂ ਦੇ ਅੰਦਰ। ਸਾਨੂੰ ਧਰਮ ਤੇ ਪੱਕੇ ਰਹਿਣਾ ਚਾਹੀਦਾ ਹੈ ਕਿਉਂਕਿ ਧਰਮ ਹੀ ਇਨਸਾਨ ਨੂੰ ਇਨਸਾਨੀਅਤ ਦੇ ਨਾਲ ਜੋੜਦਾ ਹੈ। ਮੇਰੀ ਮਾਂ ਦੇ ਆਖਰੀ ਬੋਲਾਂ ਨੂੰ ਮੈਂ ਅੱਜ ਤੱਕ ਨਿਭਾਇਆ ਤੇ ਜਦ ਤੱਕ ਸਾਹ ਨੇ ਉਦੋਂ ਤੱਕ ਹੀ ਨਿਭਾਉਂਦਾ ਰਹੂੰਗਾ। ਸਾਨੂੰ ਘਰ ਛੱਡਣੇ ਪਏ, ਕਈਆਂ ਨੂੰ ਗਲੇ ਕਟਾਉਣੇ ਪਏ। ਸਾਡੇ ਬਜ਼ੁਰਗਾਂ, ਆਗੂਆਂ ਤੇ ਗੁਰੂ ਸਹਿਬਾਨਾਂ ਨੇ ਬਲਿਦਾਨ ਦੇ ਦਿੱਤੇ ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਸਾਨੂੰ ਅਨੇਕਾਂ ਚੁਣੌਤੀਆਂ ਪੇਸ਼ ਹੋਈਆਂ ਪਰ ਤੁਹਾਨੂੰ ਤਾਂ ਫਿਲਹਾਲ ਕੋਈ ਚੁਣੌਤੀ ਹੀ ਨਹੀਂ। ਰਹੀ ਗੱਲ ਬੱਚਿਆਂ ਦੇ ਛੇੜਨ ਦੀ, ਤਾਂ ਬੱਚੇ ਇੱਕ ਦੂਜੇ ਨਾਲ ਹੱਸੀ ਮਜ਼ਾਕ ਤਾਂ ਕਰਦੇ ਹੀ ਰਹਿੰਦੇ ਨੇ। ਸਾਨੂੰ ਵੀ ਕਰਦੇ ਸੀ, ਅਸੀਂ ਉਹਨਾਂ ਨਾਲ ਹੱਸੀ ਮਜ਼ਾਕ ਕਰ ਲੈਂਦੇ ਸੀ। ਛੋਟੀ-ਛੋਟੀ ਗੱਲਾਂ ਪਿੱਛੇ ਇੰਨੇ ਵੱਡੇ-ਵੱਡੇ ਫੈਸਲੇ ਨਹੀਂ ਲਈਦੇ। ਸਗੋਂ ਸਾਨੂੰ ਜੋ ਸਾਡੇ ਬਜ਼ੁਰਗਾਂ ਤੋਂ ਵੱਖਰੀ ਪਹਿਚਾਨ ਮਿਲੀ ਹੋਵੇ ਉਸ ਦੇ ਨਾਲ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ। ਦਾਦਾ ਜੀ, ਲੋਕ ਕਹਿੰਦੇ ਨੇ ਸਿੱਖ ਹੁਣ ਪਹਿਲਾਂ ਵਰਗੇ ਨਹੀਂ ਰਹੇ, ਬਦਲ ਗਏ ਨੇ, ਸ਼ੁਭਮਨ ਬੋਲਿਆ। ਦਾਦਾ ਜੀ ਨੇ ਦੱਸਿਆ, ਪੁੱਤ, ਬਦਲਾਵ ਦਾ ਨਾਮ ਹੀ ਜ਼ਿੰਦਗੀ ਹੈ ਤੇ ਦੁਨੀਆਦਾਰੀ ਹੈ। ਰਹੀ ਗੱਲ ਤੇਰੇ ਸਵਾਲ ਦੀ, ਤਾਂ ਪੁੱਤ, ਜ਼ਿਆਦਾਤਰ ਲੋਕ ਸਿਰਫ ਇੱਕ ਪਾਸਾ ਦੇਖਦੇ ਨੇ, ਦੂਜੇ ਪਾਸੇ ਵੱਲ ਨਹੀਂ ਧਿਆਨ ਦਿੰਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਚੰਗਾ ਸੋਚੀਏ ਤੇ ਚੰਗਿਆਈ ਵੱਲ ਧਿਆਨ ਦੇਈਏ। ਗਲਤ ਵੱਲ ਜ਼ਿਆਦਾ ਧਿਆਨ ਦੇਵਾਂਗੇ ਤਾਂ ਇੱਕ ਦੂਜੇ ਪ੍ਰਤੀ ਨਫ਼ਰਤਾਂ ਹੀ ਫੈਲਣਗੀਆਂ। ਸ਼ੁਭਮਨ ਨੇ ਕਿਹਾ, ਤੁਹਾਡੇ ਨਾਲ ਜੋ ਹੋਇਆ ਤੁਸੀਂ ਉਸ ਦਾ ਕਦੇ ਬਦਲਾ ਲੈਣ ਦੀ ਨਹੀਂ ਸੋਚੀ? ਦਾਦਾ ਜੀ ਕਹਿਣ ਲੱਗੇ, ਪੁੱਤ, ਕਿਹਦੇ ਨਾਲ ਬਦਲਾ ਲੈਂਦੇ ਫਿਰਦੇ? ਸਾਨੂੰ ਬਦਲੇ ਲੈਣ ਦੀ ਨਹੀਂ, ਖੁਦ ਨੂੰ ਬਦਲਣ ਦੀ ਲੋੜ ਹੈ। ਜੇ ਅਸੀਂ ਖੁਦ ਨੂੰ ਨਾ ਬਦਲਿਆ ਤਾਂ ਬਦਲਿਆਂ ਦੀ ਭਾਵਨਾ ਹਮੇਸ਼ਾ ਹੀ ਜਵਾਨ ਰਹੇਗੀ। ਸ਼ੁਭਮਨ ਨੇ ਕਿਹਾ, ਦਾਦਾ ਜੀ, ਕਿ ਅਸੀਂ ਕੇਸ ਕਟਾ ਕੇ ਵੀ ਪੱਗ ਬੰਨ੍ਹ ਸਕਦੇ ਹਾਂ? ਦਾਦਾ ਜੀ ਬੋਲੇ, ਪੁੱਤ, ਪੱਗ ਦਾ ਤਾਂ ਪੱਗ ਬੰਨਣ ਵਾਲਿਆਂ ਤੇ ਕਿਰਦਾਰ ਤੇ ਰੁਤਬਾ ਬੜਾ ਉੱਚਾ ਹੈ। ਅਸੀਂ ਪੱਗ ਦੇ ਇਸ ਰੁਤਬੇ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਦਸਮ ਪਾਤਸ਼ਾਹ ਨੇ ਸਾਡੇ ਨਾਵਾਂ ਨਾਲ ਸਿੰਘ ਲਗਾ ਕੇ ਸਾਨੂੰ ਸ਼ੇਰ ਹੋਣ ਦਾ ਦਰਜਾ ਦਿੱਤਾ ਹੈ। ਤੂੰ ਕਦੇ ਸ਼ੇਰਾਂ ਨੂੰ ਬਾਲ ਕਟਾਉਂਦੇ ਦੇਖਿਆ? ਨਹੀਂ ਨਾ, ਫਿਰ ਅਸੀਂ ਕਿਵੇਂ ਕਟਾ ਲਈਏ? ਸ਼ੁਭਮਨ ਨੇ ਕਿਹਾ, ਦਾਦਾ ਜੀ, ਜੇ ਇਹ ਗੱਲ ਹੈ ਤਾਂ ਮੈਂ ਕਦੇ ਕੇਸ ਨਹੀਂ ਕਟਵਾਉਂਗਾ, ਮੈਂ ਵੀ ਤੁਹਾਡੇ ਰਸਤਿਆਂ ਤੇ ਚੱਲੂ। ਦਾਦਾ ਜੀ ਖੁਸ਼ ਹੋ ਕੇ ਬੋਲੇ, ਸ਼ਾਬਾਸ਼ ਪੁੱਤ, ਚੱਲ ਹੁਣ ਥੱਲੇ ਚੱਲੀਏ, ਮੀਂਹ ਆਉਣ ਵਾਲਾ ਹੈ। ਸ਼ੁਭਮਨ ਨੇ ਮੁਸਕਰਾ ਕੇ ਹਾਂਜੀ ਦਾਦਾ ਜੀ ਕਿਹਾ। ਇਸੇ ਤਰ੍ਹਾਂ ਸ਼ੁਭਮਨ ਨੇ ਕੇਸ ਕਟਾਉਣ ਦਾ ਵਿਚਾਰ ਆਪਣੇ ਮਨ ਵਿੱਚੋਂ ਕੱਢ ਦਿੱਤਾ ਅਤੇ ਹੌਲੀ-ਹੌਲੀ ਸਿੱਖੀ ਰੂਪ ਧਾਰਨ ਕਰਕੇ ਦੂਜੇ ਬੱਚਿਆਂ ਲਈ ਵੀ ਇੱਕ ਮਿਸਾਲ ਕਾਇਮ ਕਰ ਦਿੱਤੀ। ਹੁਣ ਉਸ ਨੂੰ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਹੋ ਰਿਹਾ ਸੀ। ਜਦੋਂ ਤੱਕ ਆਪਾਂ ਬੱਚੇ ਨੂੰ ਗਿਆਨ ਹੀ ਨਹੀਂ ਦੇਵਾਂਗੇ ਤਾਂ ਉਦੋਂ ਤੱਕ ਬੱਚਿਆਂ ਨੂੰ ਕੀ ਪਤਾ ਕਿ ਸਿੱਖੀ ਕੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਮਿਲੀ ਹੈ। ਉਮੀਦ ਹੈ ਜੀ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ। ਜਿਹੜੇ ਵਿਊਅਰਸ ਨੇ ਪਹਿਲੀ ਵਾਰੀ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਹੈ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਜੀ ਅਤੇ ਸ਼ੇਅਰ ਕਰਨ।
ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਬਹੁਤ ਹੀ ਹੌਸਲਾ ਮਿਲਦਾ ਹੈ ਅਤੇ ਅਸੀਂ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਇਹੋ ਜਿਹੀਆਂ ਪ੍ਰੇਰਨਾਦਾਇਕ ਪਰਿਵਾਰਕ ਅਤੇ ਸਮਾਜਿਕ ਕਹਾਣੀਆਂ ਲੈ ਕੇ ਆਉਂਦੇ ਰਵਾਂਗੇ। ਪੇਸ਼ ਹੋਵਾਂਗੇ ਜੀ ਅਗਲੀ ਕਹਾਣੀ ਲੈ ਕੇ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।